In our today's video, we will talk about personification, the next figure of speech. Personification is the giving of human characteristics to non-living objects, animals, or forces of nature. In short, to non-human beings. Personification ਮਨੁੱਖੀ ਵਿਸ਼ੇਸ਼ਤਾਵਾਂ ਦਾ ਪ੍ਰਦਾਨ ਕੀਤਾ ਜਾਣਾ non-living objects ਨੂੰ, animals ਨੂੰ ਜਾਂ nature ਦੀਆਂ forces ਨੂੰ। In short, ਅਸੀਂ ਕਹਿ ਸਕਦੇ ਹਾਂ non-human beings ਨੂੰ। In personification as in metaphor, a comparison is implied. Metaphor ਦੇ ਵਾਂਗ ਹੀ personification ਵਿੱਚ ਜਿਹੜਾ comparison ਹੈ, there is no direct comparison. The purpose of personification is to make the description vivid. ਕਿਉਂ personification ਦਾ ਇਸਤੇਮਾਲ ਕਰਦੇ ਹਾਂ ਤਾਂ ਕਿ ਜੋ ਲਿਖਿਆ ਹੈ ਲਿਟਰੇਰੀ ਪੀਸ ਨੂੰ ਆਪਾਂ ਕਲੀਅਰ ਕਰ ਸਕੀਏ, ਉਸਦੀ ਇਮੇਜ ਨੂੰ ਰੀਡਰ ਜਾਂ ਲਿਸਨਰ ਦੇ ਮਾਈਂਡ ਵਿੱਚ ਬਿਲਕੁਲ ਕਲੀਅਰ ਬਣਾ ਦਈਏ, ਵਿਵਿਡ ਕਰ ਦਈਏ। ਵਿਵਿਡ ਮੀਨਸ ਕਲੀਅਰ। Now, in short, personification is a type of figurative language in which non-human things are given human qualities. ਇਹ ਸਾਨੂੰ ਯਾਦ ਰੱਖਣਾ ਪੈਣਾ ਹੈ। Examples are also given here. Personification figurative language ਹੈ ਜਿਸ ਵਿੱਚ non-human things ਨੂੰ human qualities ਦਿੱਤੀਆਂ ਜਾਂਦੀਆਂ ਹਨ। For example, justice is blind. ਜਸਟਿਸ ਇੱਕ ਐਬਸਟਰੈਕਟ ਫੀਚਰ ਹੈ ਲੇਕਿਨ ਅਸੀਂ ਇਸ ਨੂੰ ਹਿਊਮਨ ਐਟਰੀਬਿਊਟ ਦੇ ਰਹੇ ਹਾਂ ਆਫ ਬੀਇੰਗ ਬਲਾਈਂਡ। ਸੋ ਜਸਟਿਸ ਨੂੰ ਇੱਥੇ ਪਰਸੋਨੀਫਾਈ ਕੀਤਾ ਗਿਆ ਹੈ ਹਿਊਮਨ ਬੀਇੰਗ ਦੀ ਵਾਂਗ। ਦ ਸਿਟੀ ਨੈਵਰ ਸਲੀਪਸ, ਹਿਊਮਨ ਬੀਇੰਗ ਦਾ ਐਟਰੀਬਿਊਟ, ਹਿਊਮਨ ਬੀਇੰਗ ਦਾ ਫੀਚਰ, ਕਰੈਕਟਰਿਸਟਿਕ, ਸੋਣਾ, ਉੱਠਣਾ, ਜਾਗਣਾ। ਸਲੀਪ ਤੋਂ ਅਸੀਂ ਸਿਟੀ ਨੂੰ ਪ੍ਰਦਾਨ ਕਰ ਰਹੇ ਹਾਂ, ਦ ਸਿਟੀ ਨੈਵਰ ਸਲੀਪਸ, ਤੋਂ ਸਿਟੀ ਇੱਥੇ ਪਰਸੋਨੀਫਾਈ ਕੀਤਾ ਗਿਆ ਹੈ। ਇਸੇ ਢੰਗ ਨਾਲ ਅਸੀਂ ਪਰਸੋਨੀਫਿਕੇਸ਼ਨ ਨੂੰ ਕੀ ਕਹਿ ਸਕਦੇ ਹਾਂ, ਇਟਸ ਅ ਟਾਈਪ ਆਫ ਫਿਗਰੇਟਿਵ ਲੈਂਗੁਏਜ ਇਨ ਵਿਚ ਨਾਨ ਹਿਊਮਨ ਥਿੰਗਸ ਆਰ ਗਿਵਨ ਹਿਊਮਨ ਕੁਆਲਿਟੀਜ਼। ਫਿਗਰੇਟਿਵ ਐਂਡ ਨਾਨ ਹਿਊਮਨ, ਯੈਸ, ਫਿਗਰੇਟਿਵ ਲੈਂਗੁਏਜ ਜੋ ਕਿ ਲਿਟਰਲ ਮੀਨਿੰਗ ਤੋਂ, ਡਿਕਸ਼ਨਰੀ ਮੀਨਿੰਗ ਤੋਂ ਹਟ ਕੇ ਹੈ, ਐਗਜ਼ੈਕਟ ਮੀਨਿੰਗ ਤੋਂ ਹਟ ਕੇ ਹੈ। ਨਾਨ ਹਿਊਮਨ ਥਿੰਗਸ ਨੂੰ ਅਸੀਂ ਹਿਊਮਨ ਕੁਆਲਿਟੀਜ਼ ਦਿੰਦੇ ਹਾਂ ਫਿਗਰੇਟਿਵ ਲੈਂਗੁਏਜ ਦਾ ਯੂਜ਼ ਕਰਕੇ। ਗਲੇਅਰਡ ਸ਼ਬਦ ਦਾ ਅਰਥ ਹੁੰਦਾ ਹੈ ਗੁੱਸੇ ਨਾਲ ਦੇਖਣਾ, ਲੇਕਿਨ ਗਲੇਅਰਡ ਦਾ ਫਿਗਰੇਟਿਵ ਲੈਂਗੁਏਜ ਅਸੀਂ ਯੂਜ਼ ਕੀਤੀ ਇੱਥੇ ਸਨ ਵਾਸਤੇ। ਸਨ ਜਿਹੜਾ ਹੈ ਇਟਸ ਨਾਟ ਅ ਹਿਊਮਨ ਬੀਇੰਗ ਬਟ ਸਟਿਲ ਅਸੀਂ ਕੀ ਲਿਖਿਆ, ਦ ਸਨ ਗਲੇਅਰਡ ਐਂਗਰਲੀ ਅਪੋਨ ਦ ਡੈਜ਼ਰਟ। ਇਨ ਅਦਰ ਵਰਡਸ ਵੀ ਜਸਟ ਵਾਂਟ ਟੂ ਕਨਵੇ ਇਟਸ ਵੈਰੀ ਹੌਟ ਓਵਰ ਦਿਓ। ਲੇਕਿਨ ਅਸੀਂ ਕੀ ਕਹਿ ਰਹੇ ਹਾਂ ਕਿ ਸਨ ਜਿਹੜਾ ਹੈ ਗੁੱਸੇ ਨਾਲ ਤੱਕ ਰਿਹਾ ਹੈ ਡੈਜ਼ਰਟ ਨੂੰ। ਤੋ ਗੁੱਸੇ ਨਾਲ ਤੱਕਣਾ ਇਹ ਇੱਕ ਫਿਗਰੇਟਿਵ ਮੀਨਿੰਗ ਹੋ ਗਿਆ, ਫਿਗਰੇਟਿਵ ਯੂਜ਼ ਹੋ ਗਿਆ ਗਲੇਅਰਡ ਵਰਡ ਦਾ। ਤੋ ਲਿਟਰਲ ਮੀਨਿੰਗ ਨਾਲੋਂ ਹਟ ਕੇ, ਐਗਜ਼ੈਕਟ ਮੀਨਿੰਗ ਨਾਲੋਂ ਹਟ ਕੇ, ਸਨ ਡਜ਼ਨਟ ਹੈਵ ਆਈਜ਼, ਆਈਬਰੋਜ਼ ਐਂਡ ਕ੍ਰਸ਼ਿੰਗ ਟੀਥ ਲਾਈਕ ਦਿਸ ਬਟ ਸਟਿਲ ਅਸੀਂ ਲਿਖਿਆ ਦ ਸਨ ਗਲੇਅਰਡ ਐਂਗਰਲੀ ਅਪਨ ਦ ਡੈਜ਼ਰਟ। ਸਨ ਨੂੰ ਅਸੀਂ ਪਰਸੋਨੀਫਾਈ ਕਰ ਦਿੱਤਾ ਹਿਊਮਨ ਐਟਰੀਬਿਊਟ ਦੇ ਕੇ। ਗੁੱਸੇ ਨਾਲ ਦੇਖਣਾ ਇੱਕ ਹਿਊਮਨ ਫੀਚਰ ਹੈ, ਹਿਊਮਨ ਐਟਰੀਬਿਊਟ ਹੈ। ਔਰ ਇਨ ਸਿੰਪਲ ਵਰਡਸ ਅਸੀਂ ਕੀ ਲਿਖ ਸਕਦੇ ਸੀ, ਜੋ ਅਸੀਂ ਇਹਦੇ ਬਾਰੇ ਲਿਖ ਸਕਦੇ ਸੀ, ਦ ਡੈਜ਼ਰਟ ਇਜ਼ ਰੀਅਲੀ ਹੌਟ। Another example, April, laugh thy girlish laughter, then the moment after, weep thy girlish tears. Poem है song. Poet ਹਨ Sir William Watson. ਇਸ poem ਵਿੱਚ the month April has been personified. ਕਿੱਦਾਂ? The month April ਜਿਹੜਾ ਹੈ it's capable of laughing and weeping like human characteristics. ਮਨੁੱਖ ਦੇ ਕਰੈਕਟਰਿਸਟਿਕ ਹਨ ਰੋਣਾ, ਹੱਸਣਾ, ਲੇਕਿਨ April ਨੂੰ ਦੱਸਿਆ ਗਿਆ। In another example, I think my lunchbox is calling my name. Lunchbox is not a human being but it's just still calling my name. It means ਇਸਨੂੰ ਅਸੀਂ human qualities ਦੇ ਦਿੱਤੀਆਂ, calling my name. The vending machine swallowed my money. Vending machine doesn't have mouth, doesn't have throat, still it's swallowing my coin. ਲੇਕਿਨ ਫਿਰ ਵੀ ਅਸੀਂ ਕਿਹਾ ਕਿ ਮੇਰੇ ਸਿੱਕੇ ਨੂੰ ਜਾਂ ਮੇਰੇ ਪੈਸੇ ਨੂੰ ਵੈਂਡਿੰਗ ਮਸ਼ੀਨ ਨਿਗਲ ਗਈ ਹੈ, ਸਵੈਲੋ ਕਰ ਗਈ ਹੈ। ਨਾਨ ਹਿਊਮਨ ਬੀਇੰਗ ਨੂੰ, ਨਾਨ ਲਿਵਿੰਗ ਥਿੰਗਸ ਨੂੰ, ਐਬਸਟਰੈਕਟ ਆਈਡੀਆਜ਼ ਨੂੰ, ਫੋਰਸਿਸ ਆਫ ਨੇਚਰ ਨੂੰ ਹਿਊਮਨ ਕੁਆਲਿਟੀ ਦੇ ਕੇ ਅਸੀਂ ਪਰਸੋਨੀਫਾਈ ਕਰ ਸਕਦੇ ਹਾਂ, just to make our description vivid. So this is all about personification, is the giving of human characteristic to non-living objects, animals, forces of nature, in short to non-human beings. Now we are expert, we can tell where the personification is used or where is it not used.